ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਸੇਵਾ ਭਾਗ ਦੂਜਾ। ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ। ਦਇਆ ਕਰਨੀ ਦੈਵੀ ਗੁਣਾਂ ਵਿੱਚੋਂ ਉੱਤਮ ਗੁਣ ਹੈ ਅਤੇ ਧਰਮ ਦਾ ਮੂਲ ਹੈ। ਦਇਆ ਤੋਂ ਸਖਣੇ ਜੀਵ ਵਿੱਚ ਕਿਸੇ ਲਈ ਹਮਦਰਦੀ, ਤਰਸ ਅਥਵਾ ਸਹਾਇਤਾ ਕਰਨ ਦੀ ਭਾਵਨਾ ਹੀ ਨਹੀਂ ਉਪਜਦੀ। ਇਸ ਲਈ ਦਇਆ ਤੋਂ ਬਿਨਾਂ ਅਸੀਂ ਕਿਸੇ ਦੀ ਸੇਵਾ ਨਹੀਂ ਕਰ ਸਕਦੇ। ਗੁਰਬਾਣੀ ਵਿੱਚ ਦਇਆ ਦੀ ਮਹੱਤਤਾ ਬਾਬਤ ਇਉਂ ਦਰਸਾਇਆ ਗਿਆ ਹੈ, ਧੌਲ ਧਰਮ ਦਇਆ ਕਾ ਪੂਤ। ਸੱਚ ਤਾਂ ਪਰ ਜਾਣੀਐ ਜਾਂ ਸਿੱਖ ਸੱਚੀ ਲੇ, ਦਇਆ ਜਾਣੇ ਜੀ ਕੀ ਕਿਛ ਪੁੰਨ ਦਾਨ ਕਰੇ। ਦਇਆ ਦੇਵਤਾ ਖਿਮਾ ਜਪ ਮਾਲੀ ਤੇ ਮਾਨਸ ਪ੍ਰਦਾਨ। ਸਤ ਸੰਤੋਖ ਦਇਆ ਧਰਮ, ਨਾਮ ਦਾਨ ਇਸ਼ਨਾਨ ਦ੍ਰਿੜਾਇਆ। ਗੁਰ ਸਿੱਖ ਲੈ ਗੁਰ ਸਿੱਖ ਸਦਾਇਆ। ਜੀ ਦਇਆ ਅਨੁਸਾਰ ਸੇਵਾ ਕਰਨ ਵਿੱਚ ਯਤੀਮਾਂ, ਵਿਧਵਾਵਾਂ, ਅਪਾਹਜਾਂ, ਅੰਨਿਆਂ, ਬਿਮਾਰਾਂ, ਬਿਰਧਾਂ, ਲੋੜਵੰਦਾਂ ਆਦਿ ਇਨਸਾਨਾਂ ਅਤੇ ਪਸ਼ੂ ਪੰਛੀਆਂ ਦੀ ਦੇਖਭਾਲ ਅਤੇ ਸੇਵਾ ਸੰਭਾਲ ਗਿਣੀ ਜਾਂਦੀ ਹੈ। ਐਸੀ ਮਾਨਵਤਾ ਦੀ ਸੇਵਾ ਵਿੱਚ ਸਰੀਰਕ ਸੇਵਾ ਤੋਂ ਇਲਾਵਾ ਆਪਣਾ ਆਪਾ ਵੀ ਵਾਰਨਾ ਪੈਂਦਾ ਹੈ। ਇਸ ਲਈ ਜੇਕਰ ਇਹ ਸੇਵਾ ਗੁਰੂ ਦੀ ਪਿਆਰ ਭਾਵਨਾ ਨਾਲ ਕੀਤੀ ਜਾਵੇ ਤਾਂ ਅਤਿਅੰਤ ਲਾਹੇਵੰਦ ਅਤੇ ਕਲਿਆਣਕਾਰੀ ਹੁੰਦੀ ਹੈ। ਹਾਂਜੀ, ਯਤੀਮਾਂ, ਅਪਾਹਜਾਂ, ਅੰਨਿਆਂ, ਬਿਮਾਰਾਂ, ਵਿਧਵਾਨਾਂ, ਬਿਰਧਾਂ, ਲੋੜਵੰਦਾਂ ਦੀ ਸੇਵਾ ਜੇ ਗੁਰੂ ਦੀ ਪਿਆਰ ਭਾਵਨਾ ਵਿੱਚ ਕੀਤੀ ਜਾਵੇ ਤਾਂ ਇਹ ਸੇਵਾ ਵੀ ਕਲਿਆਣਕਾਰੀ ਹੁੰਦੀ ਹੈ। ਗੁਰੂ ਸਾਹਿਬਾਨ ਦੇ ਆਗਮਨ ਤੋਂ ਪਹਿਲਾਂ ਸੰਸਾਰ ਵਿੱਚ ਅਨੇਕਾਂ ਕਿਸਮ ਦੇ ਕਰਮਕਾਂਡ ਪ੍ਰਚਲਿਤ ਸਨ, ਜਿਨ੍ਹਾਂ ਵਿੱਚ ਧਾਰਮਿਕ ਆਗੂ ਵੀ ਗਲਤਾਨ ਸਨ। ਗੁਰੂ ਸਾਹਿਬਾਨ ਨੇ ਸਾਡੇ ਉੱਤੇ ਤਰਸ ਕਰਕੇ ਸਾਨੂੰ ਇਹਨਾਂ ਫੋਕੇ ਤੇ ਥੋਥੇ ਕਰਮਕਾਂਡਾਂ ਵਿੱਚੋਂ ਕੱਢਣ ਲਈ ਇਲਾਹੀ ਗੁਰਬਾਣੀ ਬਖਸ਼ਿਸ਼ ਕੀਤੀ ਅਤੇ ਸਹੀ ਜੀਵਨ ਸੇਧ ਦੁਆਰਾ ਪਿਰਮ ਰਸ, ਪਿਰਮ ਪਿਆਲਾ, ਜੀਵਨ ਰਾਉ, ਅੰਮ੍ਰਿਤ, ਸ਼ਬਦ, ਨਾਮ ਨਾਲ ਜੁੜਨ ਦਾ ਉਪਦੇਸ਼ ਦਿੱਤਾ। ਪਰ ਅਸੀਂ ਫਿਰ ਉਹਨਾਂ ਹੀ ਪਰਮ ਭੁਲੇਖਿਆਂ, ਵਹਿਮਾਂ, ਫੋਕੇ ਸਾਧਨਾ ਅਤੇ ਕਰਮਕਾਂਡਾਂ ਵਿੱਚ ਫਸ ਗਏ ਹਾਂ। ਭਾਵੇਂ ਸਾਡੇ ਕਰਮਕਾਂਡ ਪਹਿਲਾਂ ਨਾਲੋਂ ਬਦਲ ਗਏ ਹਨ। ਸੋ ਇਹਨਾਂ ਸਾਰਿਆਂ ਕਰਮਕਾਂਡਾਂ ਦੇ ਪਿੱਠ ਪਿੱਛੇ ਨਿੱਜੀ ਸਵਾਰਥ ਦੀ ਭਾਵਨਾ ਹੁੰਦੀ ਹੈ। ਪਹਿਲੇ ਵੀ ਲੋਕ ਧਾਰਮਿਕ ਕਰਮ ਕਿਰਿਆ ਕਰਦੇ ਸਨ, ਪਰ ਉਹ ਸਾਰੇ ਕਰਮਕਾਂਡ ਸਨ ਕਿਉਂਕਿ ਉਹਨਾਂ ਦੇ ਪਿੱਛੇ ਨਾਮ ਦੀ ਜੀਵਨ ਰਾਉ ਨਹੀਂ ਸੀ। ਸੋ ਗੁਰੂ ਸਾਹਿਬਾਨ ਨੇ ਸਾਨੂੰ ਇੱਕੋ ਚੀਜ਼ ਬਖਸ਼ੀ, ਸ਼ਬਦ, ਨਾਮ। ਸਾਡੇ ਸਾਰੇ ਧਾਰਮਿਕ ਸਾਧਨ ਇਸ ਦੇ ਦੁਆਲੇ ਘੁੰਮਣੇ ਚਾਹੀਦੇ ਹਨ। ਪਰ ਅੱਜ ਕੱਲ੍ਹ ਸਾਡਾ ਵੀ ਫਿਰ ਕਰਮਕਾਂਡ ਬਣ ਕੇ ਰਹਿ ਗਿਆ ਕਿਉਂਕਿ ਅਸੀਂ ਉਸ ਜੀਵਨ ਰਾਉ ਨੂੰ ਭੁਲਾ ਦਿੱਤਾ ਹੈ। ਸੋ ਇਹਨਾਂ ਸਾਡੇ ਸਾਰਿਆਂ ਕਰਮਕਾਂਡਾਂ ਦੇ ਪਿੱਠ ਪਿੱਛੇ ਨਿੱਜੀ ਸਵਾਰਥ ਦੀ ਭਾਵਨਾ ਹੁੰਦੀ ਹੈ। ਇਹ ਸਵਾਰਥੀ ਹਉਤਾਰੀ ਕਰਮਕਾਂਡ ਆਤਮਿਕ ਜੀਵਨ ਰਾਉ ਅਤੇ ਉੱਚੀ ਸੁੱਚੀ ਪ੍ਰੇਮ ਭਾਵਨਾ ਤੋਂ ਬਿਨਾਂ ਫੋਕੇ ਮੁਰਦਾ ਸਾਧਨ ਹੀ ਬਣ ਕੇ ਰਹਿ ਗਏ ਹਨ। ਜਿਨੀ ਨਾਮ ਵਿਸਾਰਿਆ ਬਹੁ ਕਰਮ ਕਮਾਵੇ ਹੋਰ, ਨਾਨਕ ਜੰਪੁਰ ਬੱਧੇ ਮਾਰੀਐ ਜਿਉ ਸੰਨੀ ਉੱਪਰ ਚੋਰ। ਅਨਕ ਜਤਨ ਨਿਗ੍ਰਹਿ ਕੀਏ ਟਾਰੀ ਨ ਟਰੈ ਪਰਮ ਫਾਸ, ਪ੍ਰੇਮ ਭਗਤ ਨਹੀਂ ਉਪਜੈ ਤਾਂ ਤੇ ਰਵਦਾਸ ਉਦਾਸ। ਜਿਚਰ ਇਹ ਮਨ ਲਹਿਰੀ ਵਿੱਚ ਹੈ, ਹੋਮੈ ਬਹੁਤ ਅਹੰਕਾਰ, ਸ਼ਬਦੈ ਸਾਧ ਨ ਆਵਈ, ਨਾਮ ਨ ਲੱਗੈ ਪਿਆਰ, ਸੇਵਾ ਥਾਏ ਨ ਪਵਈ ਤਿਸਕੀ ਖਪ ਖਪ ਹੋਏ ਖੁਆਰ। ਸੋ ਇਹਨਾਂ ਕਰਮਕਾਂਡੀ ਸੇਵਾਵਾਂ ਦੁਆਰਾ ਧਰਮ ਦੀ ਆੜ ਵਿੱਚ ਈਰਖਾ, ਦੁਐਤ, ਘਿਰਨਾ, ਅਸ਼ਾਂਤੀ, ਦੁੱਖ, ਕਲੇਸ਼, ਖਿੱਚੋ ਤਾਣ, ਤਵੱਸਬ, ਲੜਾਈਆਂ, ਝਗੜੇ, ਕਾਮ, ਕ੍ਰੋਧ, ਲੋਭ, ਹੰਕਾਰ ਆਦਿ ਔਗੁਣ ਵੱਧਦੇ ਹੀ ਜਾਂਦੇ ਹਨ। ਤੇ ਇਹਨਾਂ ਫੋਕੇ ਧਾਰਮਿਕ ਸਾਧਨਾਂ ਨਾਲ ਅਸੀਂ ਭਲੇ ਭਲੇਰੇ ਬਣੇ ਰਹਿੰਦੇ ਹਾਂ ਅਤੇ ਦੂਜਿਆਂ ਨੂੰ ਨੀਵੀਂ ਨਿਗਾਹ ਨਾਲ ਤੱਕਦੇ ਹਾਂ। ਹਾਂਜੀ, ਕਿਤਨਾ ਫਰਕ ਹੈ ਸੇਵਾ ਵਿੱਚ। ਪਿਛਲੇ ਸਮੇਂ ਵਿੱਚ ਵੀ ਲੋਕ ਸੇਵਾ ਕਰਦੇ ਸਨ। ਜਦੋਂ ਟੁੱਟਦੇ ਸਤਿਗੁਰੂ ਪਾਤਸ਼ਾਹ ਟੁੱਟਦੇ ਸਨ ਤਾਂ ਫਿਰ ਉਹ ਦਾਤ ਲੈਣ ਵੇਲੇ ਕਹਿੰਦੇ ਸਨ, ਜਿਸਨੇ ਮੇਰੇ ਨਾਲ ਜ਼ੁਲਮ ਕੀਤਾ ਹੈ ਪਾਤਸ਼ਾਹ ਇਸ ਨੂੰ ਬਖਸ਼ ਦਿਓ। ਪਰ ਅੱਜ ਕੱਲ੍ਹ ਧਰਮ ਦੀ ਆੜ ਵਿੱਚ ਸੇਵਾ ਦੇ ਬਾਵਜੂਦ ਕਿਰਨਾ, ਦੁੱਖ, ਕਲੇਸ਼, ਈਰਖਾ, ਦੁਐਤ ਤੇ ਤਵੱਸਬ ਇੱਕ ਦੂਜੇ ਨਾਲ ਕਰਦੇ ਹਾਂ। ਕਿਉਂ? ਕਿਉਂਕਿ ਨਾਮ ਦੀ ਜੀਵਨ ਰੋ ਨਹੀਂ ਰਹੀ, ਫੋਕੇ ਧਾਰਮਿਕ ਸਾਧਨ ਰਹਿ ਗਏ ਹਨ। ਸੋ ਇਹਨਾਂ ਫੋਕੇ ਧਾਰਮਿਕ ਸਾਧਨਾਂ ਨਾਲ ਅਸੀਂ ਭਲੇ ਭਲੇਰੇ ਬਣ ਰਹਿੰਦੇ ਹਾਂ ਅਤੇ ਦੂਜਿਆਂ ਨੂੰ ਨੀਵੀਂ ਨਿਗਾਹ ਨਾਲ ਤੱਕਦੇ ਹਾਂ। ਇਹਨਾਂ ਵਿੱਚੋਂ ਕਈ ਭਲੇ ਭਲੇਰੇ ਆਪਣੇ ਪੜ੍ਹੇ ਪੜ੍ਹਾਏ, ਸੁਣੇ ਸੁਣਾਏ, ਅਧੂਰੇ, ਫੋਕੇ, ਥੋਥੇ ਗਿਆਨ ਨਾਲ ਆਪਣੀ ਬੁੱਧੀ ਦੇ ਸਿੰਘ ਤਿੱਖੇ ਕਰਕੇ ਦੂਜਿਆਂ ਨਾਲ ਵਾਦ ਵਿਵਾਦ ਦੁਆਰਾ
ਖੁਸ਼ਕ ਗਿਆਨ ਦਾ ਪਾਣੀ ਰਿੜਕਣ ਲਈ ਤਤਪਰ ਰਹਿੰਦੇ ਹਨ ਤੇ ਅਸੀਂ ਇਸੇ ਨੂੰ ਹੀ ਧਾਰਮਿਕ ਸੇਵਾ ਸਮਝੀ ਬੈਠੇ ਹਾਂ ਅਤੇ ਆਪਣੇ ਹਉਮੈ ਨੂੰ ਪੱਠੇ ਪਾ ਕੇ ਹੋਰ ਤਕੜੀ ਕਰ ਰਹੇ ਹਾਂ। ਦੂਜੇ ਲਫ਼ਜ਼ਾਂ ਵਿੱਚ ਇਹੋ ਜਿਹੀ ਧਾਰਮਿਕ ਪ੍ਰਚਾਰ ਦੀ ਸੇਵਾ ਕਰਨੀ ਸਾਡਾ ਦਿਮਾਗੀ ਸ਼ੁਗਲ ਹੀ ਬਣ ਚੁੱਕਿਆ ਹੈ। ਕਥਨੀ ਬਦਨੀ ਕਰਤਾ ਫਿਰੈ, ਹੁਕਮੈ ਮੂਲ ਨ ਬੁਝਾਈ, ਅੰਧਾ ਕਚ ਨਿਕਚ। ਗਿਆਨ ਗਿਆਨ ਕਥੈ ਸਭ ਕੋਈ, ਕਥ ਕਥ ਬਾਤ ਕਰੈ ਦੁਖ ਹੋਈ। ਬਿਨ ਪ੍ਰੀਤੀ ਕਰੈ ਬਹੁ ਬਾਤਾਂ, ਕੂੜ ਬੋਲ ਕੂੜੋ ਫਲ ਪਾਵੇ। ਸੋ ਇਸ ਤਰ੍ਹਾਂ ਸਾਡੀ ਸੁਰਤ ਮੈਂ ਮੇਰੀ ਦੀ ਭਾਵਨਾ ਤੋਂ ਉੱਚੀ ਨਹੀਂ ਉੱਠਦੀ ਅਤੇ ਅਸੀਂ ਇਸ ਭਰਮ ਭੁਲਾਵੇ ਦੇ ਗੇੜ ਵਿੱਚ ਜੀਵਨ ਦੀ ਅਸਲੀ ਆਤਮਿਕ ਸੇਧ ਤੋਂ ਅਣਜਾਣ ਅਤੇ ਅਵੇਸਲੇ ਹੋ ਰਹੇ ਹਾਂ। ਅਸੀਂ ਥੋੜੀ ਜਿਹੀ ਸੇਵਾ ਕਰਕੇ ਹੀ ਆਪਣੇ ਮਨੋਰਥਾਂ ਦੀ ਪੂਰਤੀ ਲੋੜਦੇ ਹਾਂ। ਸੇਵਾ ਥੋੜੀ ਮੰਗਨ ਬਹੁਤਾ, ਮਹਿਲ ਨਾ ਪਾਵੇ ਕਹਿ ਤੋ ਪਹੁਤਾ। ਜੇਕਰ ਸਾਡਾ ਮਨੋਰਥ ਪੂਰਾ ਨਾ ਹੋਵੇ ਤਾਂ ਅਸੀਂ ਰੱਬ ਵੱਲੋਂ ਮੂੰਹ ਮੋੜ ਲੈਂਦੇ ਹਾਂ ਅਤੇ ਨਾਸਤਕ ਬਣ ਕੇ ਪਰਮਾਰਥ ਦੇ ਉਲਟ ਪ੍ਰਚਾਰ ਕਰਨ ਲੱਗ ਪੈਂਦੇ ਹਾਂ। ਜੇਕਰ ਕੋਈ ਪਰਮਾਰਥਕ ਕਲਿਆਣ ਲਈ ਧਾਰਮਿਕ ਸੇਵਾ ਕਰਦਾ ਵੀ ਹੈ ਤਾਂ ਉਹ ਵੀ ਬੇਪਰਵਾਹੀ, ਅਵੇਸਲੇਪਣ, ਦੁਚਿੱਤੇ ਅਤੇ ਓਪਰੇ ਜੇ ਦਿਲ ਨਾਲ ਕੀਤੀ ਜਾਂਦੀ ਹੈ, ਕਿਉਂਕਿ ਸਾਨੂੰ ਅਸਲੀ ਆਤਮਿਕ ਜੀਵਨ ਸੇਧ ਦੀ ਸਮਝ ਜਾਂ ਗਿਆਨ ਹੀ ਨਹੀਂ ਹੁੰਦਾ ਅਤੇ ਸਾਡਾ ਮਾੜਾ ਮੋਟਾ ਆਤਮਿਕ ਗਿਆਨ ਵੀ ਅਧੂਰਾ, ਅਪੂਰਨ ਅਤੇ ਗਲਤ ਹੁੰਦਾ ਹੈ। ਇਸ ਤਰ੍ਹਾਂ ਸਾਡੇ ਰੋਜ਼ਾਨਾ ਜੀਵਨ ਵਿੱਚ ਧਾਰਮਿਕ ਸੇਵਾ ਦੀ ਬਜਾਏ ਮਾਇਕੀ ਸੇਵਾ ਨੂੰ ਹੀ ਪਹਿਲ ਦਿੱਤੀ ਜਾਂਦੀ ਹੈ। ਅਸੀਂ ਜਨਮ ਜਨਮਾਂਤਰਾਂ ਤੋਂ ਮਾਇਕੀ ਮੰਡਲ ਵਿੱਚ ਵਿਚਰਦੇ ਆਏ ਹਾਂ ਅਤੇ ਮੈਂ ਮੇਰੀ ਦਾ ਖਿਆਲ, ਇਹ ਹਉਮੈ ਦੀ ਭਾਵਨਾ, ਨਿਸ਼ਚਾ ਸਾਡੇ ਅੰਦਰ ਇਤਨਾ ਦ੍ਰਿੜ ਹੋ ਚੁੱਕਿਆ ਹੈ ਕਿ ਬਾਵਜੂਦ ਇਤਨਿਆਂ ਧਰਮਾਂ ਅਤੇ ਧਾਰਮਿਕ ਪ੍ਰਚਾਰ ਦੇ ਅਸੀਂ ਇਸ ਹਉਮੈ ਦੇ ਭਰਮ ਭੁਲਾਵੇ ਦੀ ਕੈਦ ਵਿੱਚੋਂ ਨਿਕਲ ਨਹੀਂ ਸਕੇ। ਸੋ ਸਾਡੇ ਸਾਰੇ ਖਿਆਲ, ਚਿਤਵਨੀਆਂ, ਸਾਡੇ ਕਰਮ, ਸਾਡੀਆਂ ਸੇਵਾਵਾਂ, ਸਾਡੀ ਪੂਜਾ, ਸਾਡੀ ਭਗਤੀ ਆਦਿ ਸਾਡੀ ਆਪਣੀ ਹੀ ਹਉਮੈ ਦੇ ਉਦਾਲੇ ਘੁੰਮਦੇ ਹਨ, ਕਿਉਂਕਿ ਸੁਰਤ ਸਾਡੀ ਮਾਇਕੀ ਮੰਡਲ ਵਿੱਚ ਹੈ ਤੇ ਮਾਇਕੀ ਮੰਡਲ ਵਿੱਚ ਹਉਮੈ ਦਾ ਰੰਗਤ ਹੈ ਸਾਡੇ ਅੰਦਰ। ਸੋ ਇਸ ਕਰਕੇ ਸਾਡੇ ਸਾਰੇ ਖਿਆਲ, ਚਿਤਵਨੀਆਂ, ਕਰਮ, ਸੇਵਾ, ਪੂਜਾ, ਭਗਤੀ ਆਦਿ ਸਾਡੀ ਆਪਣੀ ਹੀ ਹਉਮੈ ਦੇ ਉਦਾਲੇ ਘੁੰਮਦੇ ਹਨ ਅਤੇ ਇਸੇ ਨੂੰ ਅਸੀਂ ਧਰਮ ਸਮਝ ਕੇ ਸੰਤੁਸ਼ਟ ਹੋਏ ਬੈਠੇ ਹਾਂ। ਇਸ ਲਈ ਸਾਡੀਆਂ ਅਨੇਕਾਂ ਕਿਸਮ ਦੀਆਂ ਸੇਵਾਵਾਂ ਅਤੇ ਕਾਲਨਾਵਾਂ ਵੀ ਹਉਮੈ ਦੇ ਭਰਮ ਭੁਲਾਵੇ ਵਿੱਚ ਦੂਜੇ ਭਾਵ ਦੀ ਤ੍ਰੈਗੁਣੀ ਮਾਇਕੀ ਮੰਡਲ ਦੀ ਖੇਲ ਹੈ। ਹਉ ਵਿੱਚ ਸਚਿਆਰ ਕੂੜਿਆਰ, ਹਉ ਵਿੱਚ ਪਾਪ ਪੁੰਨ ਵਿਚਾਰ। ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨ ਵਸੈ ਇੱਕ ਠਾਏ। ਹਉਮੈ ਵਿੱਚ ਸੇਵਾ ਨਾ ਹੋਵਈ, ਤਾਂ ਮਨ ਬਿਰਥਾ ਜਾਏ। ਤੀਰਥ ਵਰਤ ਅਰਦਾਨ ਕਰ, ਮਨ ਮੈਂ ਧਰੈ ਗੁਮਾਨ। ਨਾਨਕ ਨੇਫਲ ਜਾਤ ਤੈਂ ਜਿਉ ਕੁੰਚਰ ਇਸਨਾਨ। ਉੱਪਰਲੀਆਂ ਪੰਕਤੀਆਂ ਤੋਂ ਸਪਸ਼ਟ ਹੈ ਕਿ ਤ੍ਰੈਗੁਣੀ ਮਾਇਕੀ ਮੰਡਲ ਵਿੱਚ ਹਉਮੈ ਵੇੜੀ ਮੈਂ ਮੇਰੀ ਦੀ ਭਾਵਨਾ ਨਾਲ ਜੋ ਵੀ ਅਸੀਂ ਕਰਮ ਜਾਂ ਸੇਵਾ ਕਰਦੇ ਹਾਂ ਉਹ ਸਭ ਕਾਰਮਿਕ ਕਾਨੂੰਨ ਦੇ ਹੇਠ ਆਉਂਦੇ ਹਨ ਅਤੇ ਸਾਨੂੰ ਕਰਮਬੱਧ ਕਰਕੇ ਜਮਾਂ ਦੇ ਵਸ ਪਾਉਂਦੇ ਹਨ, ਕਿਉਂਕਿ ਸਭ ਕੁਝ ਹਉਮੈ ਦੇ ਅਧੀਨ ਕੀਤਾ ਜਾਂਦਾ ਹੈ। ਸੋ ਤ੍ਰੈਗੁਣੀ ਮਾਇਕੀ ਮੰਡਲ ਵਿੱਚ ਜੇ ਅਸੀਂ ਕੋਈ ਚੰਗੀ ਸੇਵਾ ਕਰ ਵੀ ਲਈ ਤਾਂ ਉਸ ਦਾ ਨਤੀਜਾ ਭੁਗਤਣ ਲਈ ਵੀ ਫਿਰ ਸਾਨੂੰ ਸੰਸਾਰ ਵਿੱਚ ਆਉਣਾ ਤਾਂ ਪਏਗਾ ਹੀ। ਸੋ ਇਸ ਕਰਕੇ ਉੱਪਰਲੀਆਂ ਪੰਕਤੀਆਂ ਤੋਂ ਸਪਸ਼ਟ ਹੈ ਕਿ ਤ੍ਰੈਗੁਣੀ ਮਾਇਕੀ ਮੰਡਲ ਵਿੱਚ ਹਉਮੈ ਵੇੜੀ ਮੈਂ ਮੇਰੀ ਦੀ ਭਾਵਨਾ ਨਾਲ ਜੋ ਵੀ ਅਸੀਂ ਕਰਮ ਜਾਂ ਸੇਵਾ ਕਰਦੇ ਹਾਂ ਉਹ ਸਭ ਕਾਰਮਿਕ ਕਾਨੂੰਨ ਦੇ ਹੇਠ ਆਉਂਦੇ ਹਨ ਤੇ ਸਾਨੂੰ ਕਰਮਬੱਧ ਕਰਕੇ ਜਮਾਂ ਦੇ ਵਸ ਪਾਉਂਦੇ ਹਨ। ਹਉ ਹਉ ਕਰਤੇ ਕਰਮਰਤ, ਤਾਂ ਕੋ ਭਾਰ ਅਫਾਰ। ਪ੍ਰੀਤ ਨਹੀਂ ਜੋ ਨਾਮ ਸਿਉ, ਤਉ ਏਉ ਕਰਮ ਵਿਕਾਰ। ਜਬ ਇਹ ਜਾਣੇ ਮੈਂ ਕਿਛ ਕਰਤਾ, ਤਬ ਲਗ ਗਰਮ ਜੋਨ ਮੈਂ ਫਿਰਤਾ। ਸੋ ਸਾਡੇ ਪਾਠ ਪੂਜਾ, ਵਰਤ ਨੇਮ, ਸਾਡੀ ਤੀਰਥ ਇਸ਼ਨਾਨ, ਸੇਵਾ, ਇਹ ਸਾਡੇ ਪੁੰਨ ਦਾਨ, ਸਾਡੇ ਨੇਕ ਕਰਮ, ਇਹ ਸਾਡੇ ਪਰਉਪਕਾਰ, ਇਹ ਸਾਡੀ ਧਾਰਮਿਕ ਕਿਰਿਆ, ਧਾਰਮਿਕ ਪ੍ਰਚਾਰ ਸਾਡਾ, ਇਹ ਲਾਇਬ੍ਰੇਰੀਆਂ ਆਦਿ ਕਰਮ ਕਿਰਿਆ ਦੀ ਬਹੁਲਤਾ ਤੇ ਪ੍ਰਫੁੱਲਤਾ ਦੇ ਬਾਵਜੂਦ ਸਾਡੀ ਧਾਰਮਿਕ ਅਤੇ ਆਤਮਿਕ ਅਵਸਥਾ ਨਿਗਰਦੀ ਜਾਂਦੀ ਹੈ, ਕਿਉਂਕਿ ਇਹ ਸਭ ਕੁਝ ਹਉਮੈ ਵੇੜੇ ਮਨ ਦੀ ਮੈਂ ਮੇਰੀ ਦੀ ਭਾਵਨਾ ਨਾਲ ਕੀਤੇ ਜਾਂਦੇ ਹਨ ਅਤੇ ਸਾਨੂੰ ਤ੍ਰੈਗੁਣੀ ਮਾਇਕੀ ਮੰਡਲ ਵਿੱਚ ਹੀ ਫਸਾਈ ਰੱਖਦੇ ਹਨ। ਇਹ ਤਾਂ ਕਸਵੱਟੀ ਹੈ ਕਿ ਆਤਮਿਕ ਅਵਸਥਾ ਸਾਡੀ ਕਿੱਥੇ ਪਹੁੰਚੀ। ਸੋ ਇਤਨਾ ਕੁਝ ਹੋਣ ਦੇ ਬਾਵਜੂਦ ਕਿਤਨੀ ਸੇਵਾਵਾਂ ਅਸੀਂ ਕਰਦੇ ਹਾਂ, ਕਿਤਨਾ ਧਾਰਮਿਕ ਕਰਮ ਕਿਰਿਆ ਕਰਦੇ ਹਾਂ, ਪਰ ਆਤਮਿਕ ਅਵਸਥਾ ਨਿਗਰਦੀ ਹੈ
ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਇਹ ਸਭ ਕੁਝ ਹਉਮੈ ਵੇੜੇ ਮਨ ਤੇ ਮੈਂ ਮੇਰੀ ਦੀ ਭਾਵਨਾ ਨਾਲ ਕੀਤੇ ਜਾਂਦੇ ਹਨ। ਸੋ ਅਸਲ ਵਿੱਚ ਕੋਈ ਵੀ ਕਿਰਿਆ ਜਾਂ ਕਰਮ ਆਪਣੇ ਆਪ ਵਿੱਚ ਮਾੜਾ ਜਾਂ ਚੰਗਾ ਮਿਥਿਆ ਨਹੀਂ ਜਾ ਸਕਦਾ। ਉਸ ਕਰਮ ਦੇ ਪਿੱਛੇ ਭਾਵਨਾ ਦੁਆਰਾ ਹੀ ਉਸ ਕਰਮ ਦੇ ਚੰਗੇ ਜਾਂ ਮਾੜੇ ਹੋਣ ਦਾ ਨਿਰਣਾ ਹੋ ਸਕਦਾ ਹੈ। ਸੋ ਸਰੀਰਕ, ਮਾਇਕੀ, ਰਾਜਸੀ, ਮਾਨਸਿਕ ਤੇ ਦਿਮਾਗੀ ਸ਼ਕਤੀਆਂ ਜੇ ਉੱਚੀ ਸੁੱਚੀ ਦੈਵੀ ਭਾਵਨਾ ਨਾਲ ਵਰਤੀਆਂ ਜਾਣ ਤਾਂ ਉਹਨਾਂ ਨੂੰ ਪੁੰਨ, ਨੇਕੀ, ਉਪਕਾਰ ਜਾਂ ਸੇਵਾ ਕਿਹਾ ਜਾਂਦਾ ਹੈ। ਪਰ ਜੇ ਨੀਵੀਆਂ ਰੁਚੀਆਂ ਜਾਂ ਨਿੱਜੀ ਸਵਾਰਥ ਲਈ ਵਰਤੀਆਂ ਜਾਣ ਤਾਂ ਉਹ ਕਰਮ ਹੀ ਪਾਪ ਜਾਂ ਜ਼ੁਲਮ ਕਹੇ ਜਾਂਦੇ ਹਨ। ਪਾਪ ਕਰੇ ਪੰਚਾ ਕੇ ਬਸਰੇ, ਪਾਪੋ ਪਾਪ ਕਮਾਉਂਦੇ, ਪਾਪੇ ਪਚੈ ਪਚਾਏ। ਉਦਾਹਰਣ ਦੇ ਤੌਰ ਤੇ ਬੱਚੇ ਦੀ ਪਾਲਣਾ ਮਾਂ ਵੀ ਕਰਦੀ ਹੈ ਤੇ ਨਰਸ ਵੀ, ਪਰ ਇਹਨਾਂ ਦੋਹਾਂ ਦੀ ਸੇਵਾ ਵਿੱਚ ਅਤਿਅੰਤ ਫਰਕ ਹੈ। ਨਰਸ ਤਾਂ ਸਿਰਫ ਆਪਣੀ ਉਜਰਤ ਅਥਵਾ ਉਪਜੀਵਕਾ ਲਈ ਬੱਚੇ ਦੀ ਸੇਵਾ ਦੀ ਡਿਊਟੀ ਕਰਦੀ ਹੈ, ਉਸ ਦੀ ਕੋਈ ਗਰਜ਼ ਹੈ। ਦੂਜੇ ਪਾਸੇ ਮਾਂ ਆਪਣੀ ਮਮਤਾ ਦੇ ਪਰਾਇਣ ਹੋ ਕੇ ਬੱਚੇ ਦੇ ਪਾਲਣ ਪੋਸ਼ਣ ਅਤੇ ਸੇਵਾ ਵਿੱਚ ਆਪਣਾ ਆਪਾ ਨਿਛਾਵਰ ਕਰੀ ਜਾਂਦੀ ਹੈ ਅਤੇ ਇਸ ਕਾਲਣਾ ਬਾਬਤ ਕਦੀ ਦਿਖਾਵਾ ਨਹੀਂ ਕਰਦੀ। ਜੇ ਕੋਈ ਉਸ ਨੂੰ ਤਕਲੀਫ ਹੁੰਦੀ ਹੈ ਤਾਂ ਤਕਲੀਫ ਦੀ ਸ਼ਿਕਾਇਤ ਵੀ ਨਹੀਂ ਕਰਦੀ, ਕੋਈ ਵਡਿਆਈ ਦੀ ਲਾਲਸਾ ਨਹੀਂ ਰੱਖਦੀ, ਅਹਿਸਾਨ ਵੀ ਨਹੀਂ ਜਤਾਉਂਦੀ, ਕੋਈ ਮੁਆਵਜ਼ਾ ਨਹੀਂ ਮੰਗਦੀ, ਅੱਕਦੀ ਨਹੀਂ, ਥੱਕਦੀ ਨਹੀਂ। ਇਸ ਲਈ ਮਾਇਕੀ ਮੰਡਲ ਦੀਆਂ ਹੋਰ ਸਾਰੀਆਂ ਸੇਵਾਵਾਂ ਵਿੱਚੋਂ ਇਹ ਮਾਂ ਪਿਆਰ ਵਾਲੀ ਸੇਵਾ ਵਿਲੱਖਣ, ਅਲੌਕਿਕ, ਨਿਸ਼ਕਾਮ, ਔਖੀ, ਗਾਖੜੀ, ਲੰਮੇਰੇ ਅਰਸੇ ਅਥਵਾ ਸਾਰੀ ਉਮਰ ਦੀ ਉੱਤਮ ਸੇਵਾ ਗਿਣੀ ਜਾਂਦੀ। ਦੂਜੇ ਲਫ਼ਜ਼ਾਂ ਵਿੱਚ ਮਾਂ ਪਿਆਰ ਹੀ ਇਲਾਹੀ ਪਿਆਰ ਦਾ ਮਾਇਕੀ ਮੰਡਲ ਵਿੱਚ ਪ੍ਰਤੀਬਿੰਬ ਤੇ ਪ੍ਰਤੀਕ ਹੈ, ਜੋ ਮਾਂ ਦੇ ਹਿਰਦੇ ਰਾਹੀਂ ਪ੍ਰਗਟ ਅਤੇ ਪਰਵਿਰਤ ਹੁੰਦਾ ਹੈ। ਇਹ ਮਾਂ ਪਿਆਰ ਸਿਰਫ ਇਨਸਾਨਾਂ ਤਾਈਂ ਸੀਮਤ ਨਹੀਂ, ਬਲਕਿ ਕਾਇਨਾਤ ਦੀਆਂ ਹੋਰ ਜੂਨਾਂ ਵਿੱਚ ਵੀ ਇਹ ਮਾਂ ਪਿਆਰ ਪਰਵਿਰਤ ਹੈ। ਇਸ ਲਈ ਗੁਰਬਾਣੀ ਵਿੱਚ ਇਲਾਹੀ ਪਿਆਰ ਦੀ ਤੁਲਨਾ ਲਈ ਮਾਂ ਪਿਆਰ ਦੇ ਸੋਹਣੇ ਉਦਾਹਰਣ ਦਿੱਤੇ ਗਏ ਹਨ। ਜਿਉਂ ਰਾਖੇ ਮਹਿਤਾਰੀ ਬਾਰਕ ਕੋ, ਤੈਸੇ ਹੀ ਪ੍ਰਭ ਨਾਲ, ਤੈਸੇ ਹੀ ਪ੍ਰਭਪਾਲ। ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀਓ ਪ੍ਰਤਪਾਲਕ, ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ। ਸਹਿਜੇ ਸਹਿਜ ਖਿਲਾਏਂਦਾ, ਨਹੀਂ ਕਰਦਾ ਆਲਕ। ਖੇਲ ਖਿਲਾਏ, ਲਾਡ ਲਡਾਵੈ, ਸਦਾ ਸਦਾ ਅੰਦਾਈ। ਪ੍ਰਤਪਾਲੈ ਬਾਰਕ ਕੀ ਨਿਆਈ, ਜੈਸੇ ਮਾਤ ਪਿਤਾਈ। ਉੱਪਰਲੀਆਂ ਵਿਚਾਰਾਂ ਤੋਂ ਪਤਾ ਲੱਗਾ ਕਿ ਮਾਇਕੀ ਮੰਡਲ ਵਿੱਚ ਸਾਡੀਆਂ ਸੇਵਾਵਾਂ ਪੜ੍ਹੀਆਂ ਪੜ੍ਹਾਈਆਂ, ਸੁਣੀਆਂ ਸੁਣਾਈਆਂ, ਸਿੱਖੀਆਂ ਸਿਖਾਈਆਂ, ਸਮਝੀਆਂ ਸਮਝਾਈਆਂ, ਦੇਖਾ ਦੇਖੀ, ਰੀਸੋ ਰੀਸੀ, ਰਸਮੋ ਰਸਮੀ, ਬੱਧਾ ਚੱਟੀ, ਸਵਾਰਥ ਲਈ, ਕਾਮਨਾ ਲਈ ਜਾਂ ਧਾਰਮਿਕ ਤਸੱਲੀ ਲਈ ਕੀਤੀਆਂ ਜਾਂਦੀਆਂ ਹਨ। ਇਹਨਾਂ ਮਾਇਕੀ ਮੰਡਲ ਦੀਆਂ ਸੇਵਾਵਾਂ ਵਿੱਚੋਂ ਮਾਂ ਬੱਚੇ ਲਈ ਸੇਵਾ ਸ੍ਰੇਸ਼ਟ ਅਤੇ ਨਿਸਕਾਮ ਗਿਣੀ ਗਈ ਹੈ। ਇਸ ਦਾ ਕਾਰਨ ਇਹ ਹੈ ਕਿ ਬੱਚੇ ਦੀ ਸੇਵਾ ਦੀ ਭਾਵਨਾ ਮਾਂ ਪਿਆਰ ਵਿੱਚੋਂ ਉਪਜਦੀ ਹੈ। ਸੋ ਲਫ਼ਜ਼ ਉਪਜੀ ਧਿਆਨਯੋਗ ਹੈ। ਕਿਉਂ ਮਾਂ ਪਿਆਰ ਉੱਤਮ ਸੇਵਾ ਹੈ ਮਾਇਕੀ ਮੰਡਲ ਦੀਆਂ ਸੇਵਾਵਾਂ ਵਿੱਚੋਂ? ਕਿਉਂਕਿ ਉਹ ਜਿਹੜਾ ਮਾਂ ਦੇ ਅੰਦਰ ਬੱਚੇ ਦਾ ਪਿਆਰ ਹੈ, ਉਹ ਬੱਚੇ ਦੇ ਜਨਮ ਲੈਣ ਤੋਂ ਬਾਅਦ ਅੰਦਰੋਂ ਉਪਜਦਾ ਹੈ। ਉਪਜੀ ਪ੍ਰੀਤ ਪ੍ਰੇਮ ਰਸ ਚਾਓ। ਤੇ ਬਾਕੀ ਸੇਵਾਵਾਂ ਤਾਂ ਅਸੀਂ ਬਾਹਰਲੀ ਪ੍ਰੇਰਨਾ ਜਾਂ ਆਪਣੀਆਂ ਰੁਚੀਆਂ ਅਨੁਸਾਰ ਕਰਦੇ ਹਾਂ, ਪਰ ਜਦ ਬੱਚੇ ਦਾ ਜਨਮ ਹੁੰਦਾ ਹੈ ਤਾਂ ਮਾਂ ਦੇ ਹਿਰਦੇ ਅੰਦਰ ਮਾਂ ਪਿਆਰ ਦਾ ਸੋਮਾ ਆਪ ਮੁਹਾਰੇ ਅੰਤਰਾਤਮਾ ਵਿੱਚ ਉਪਜਦਾ ਹੈ ਅਤੇ ਉਸੇ ਪਿਆਰ ਭਾਵਨਾ ਨਾਲ ਬੱਚੇ ਦੀ ਭਲੀ ਭਾਂਤ ਸੇਵਾ ਤੇ ਪਾਲਣਾ ਹੁੰਦੀ ਹੈ। ਇਹ ਮਾਂ ਪਿਆਰ ਦੀ ਭਾਵਨਾ ਹੀ ਬੱਚੇ ਦੇ ਪਾਲਣ ਪੋਸ਼ਣ, ਲਾਡ ਲਡਾਵਣ, ਖੇਲ ਖਿਲਾਵਣ, ਵਧਣ ਫੁੱਲਣ, ਸ਼ੁਭ ਇੱਛਾਵਾਂ, ਹਮਦਰਦੀ ਆਦਿ ਵਿੱਚ ਬੱਚੇ ਦੀ ਸਾਰੀ ਉਮਰ ਅਗਵਾਈ ਕਰਦੀ ਅਤੇ ਸਹਾਈ ਹੁੰਦੀ ਹੈ, ਭਾਵੇਂ ਬੱਚਾ ਕਿਤਨੀਆਂ ਗਲਤੀਆਂ ਵੀ ਕਰੇ ਅਤੇ ਵਡੇਰੀ ਉਮਰ ਦਾ ਵੀ ਹੋ ਜਾਵੇ। ਸੋ ਮਾਇਕੀ ਮੰਡਲ ਵਿੱਚ ਹਉਮੈ ਵੇੜੇ ਮਨ ਨਾਲ ਅਸੀਂ ਜੋ ਸੇਵਾ ਜਾਂ ਨੇਕੀ ਕਰਦੇ ਹਾਂ, ਉਸ ਦੇ ਪਿੱਛੇ ਸਵਾਰਥ ਹੁੰਦਾ ਹੈ, ਜਾਂ ਕੋਈ ਕਾਮਨਾ ਹੁੰਦੀ ਹੈ, ਜਾਂ ਕੋਈ ਵਾਸ਼ਨਾ ਦੀ ਅੰਸ਼ ਹੁੰਦੀ ਹੈ, ਜਾਂ ਫਿਰ ਵਾਹ ਦੀ ਗੁੱਜੀ ਭੁੱਖ ਹੁੰਦੀ ਹੈ। ਇਸ ਲਈ ਐਸੀ ਸੇਵਾ ਦੀ ਕਦਰ ਕੀਮਤ ਮਾਇਕੀ ਮੰਡਲ ਵਿੱਚ ਕਾਰਮਿਕ ਨਿਯਮ ਅਨੁਸਾਰ ਪੈਂਦੀ ਹੈ, ਪਰ ਆਤਮਿਕ ਮੰਡਲ ਅਥਵਾ ਇਲਾਹੀ ਦਰਬਾਰ ਵਿੱਚ ਇਹਨਾਂ ਦੀ ਪਹੁੰਚ ਜਾਂ ਗਿਣਤੀ ਨਹੀਂ ਹੁੰਦੀ। ਹਾਂਜੀ, ਮਾਇਕੀ ਮੰਡਲ ਵਿੱਚ ਜਿਤਨੀ ਵੀ ਅਸੀਂ ਉੱਤਮ ਸੇਵਾ ਕਰਦੇ ਹਾਂ, ਇਹ ਸਭ ਕਾਰਮਿਕ ਕਾਨੂੰਨ ਦੇ ਅਧੀਨ ਆਉਂਦੀ ਹੈ, ਕਿਉਂਕਿ ਸਾਡੇ ਮਨ ਦੀ ਜਿਹੜੀ ਰੰਗਤ ਹੈ ਉਹ ਹਉਮੈ ਵੇੜੀ ਹੈ। ਸੋ ਇਸ ਲਈ ਆਤਮਿਕ ਮੰਡਲ ਅਥਵਾ ਇਲਾਹੀ ਦਰਬਾਰ ਵਿੱਚ ਇਹਨਾਂ ਸੇਵਾਵਾਂ ਦੀ ਪਹੁੰਚ ਜਾਂ ਗਿਣਤੀ ਨਹੀਂ ਹੁੰਦੀ। ਉਦਾਹਰਣ ਦੇ ਤੌਰ ਤੇ ਜਦ ਦੋ ਰੂਹਾਂ, ਇੱਕ ਅਮੀਰ ਅਤੇ ਇੱਕ ਗਰੀਬ ਦਾ ਜਦ ਦਰਗਾਹ ਵਿੱਚ ਲੇਖਾ ਹੋਇਆ ਤਾਂ ਅਮੀਰ ਦੀ ਰੂਹ ਨੂੰ ਬੜੀ ਆਸ ਸੀ
कि उसका दरगाह विच बड़ा आदर भाव ते मान होवेगा, उसनूं इज्जत मिलेगी। उसनूं इस गल का एहसास सी। क्यों? क्योंकि उस अमीर ने दुनिया विच कई स्कूल खोले सन, कई कॉलेज, कई लाइब्रेरियां, यतीम खाने, विधवा आश्रम, कई धार्मिक स्थान बनाए सन अते होर अनेकां पाठ पूजा कर्मकांड दान पुण्य भी करवाए सन। पर फिर भी धर्म राय दे रिकॉर्ड विच कोई आत्मिक सेवा का लेखा ना निकलिया। उसनूं दसिया गया कि जो भी उसने पुण्य दान अते नेकियां कुर्बानी आदि दुनिया विच कीतियां हन, उन्हां सारियां दा फल अथवा मुआवजा उसनूं मायकी मंडल विच ही वडियाई अते वाह-वाह दी शक्ल विच मिल चुकिया है। सेवा की, धर्म स्थान बनवाए, रात दिन हट करके सेवा की, लोगों ने कहता वाह वाह बहुत अच्छा सेवादार है। मन विच माड़ी जी मान वडियाई आई, सारा लेखा खत्म। सो आत्म खाते विच उसका कोई खाता नहीं, क्योंकि उसका मुआवजा उसनूं मायकी मंडल विच वडियाई अथवा वाह वाह दी शक्ल विच मिल चुकिया है। सो क्योंकि उसने आपा वार के कोई निष्काम सेवा नहीं की, उसदियां सारियां हंतारी नेकियां दा भुगतान मायकी मंडल विच हो चुकिया है। विच होम सेवा थाएं ना पाए, जन्म मरे फिर आवे जाए। तीर्थ बरत अरदान कर, मन में तरे गुमान, नानक नेफल जात है ज्यों कुंचर स्नान। पर गरीब रूह ने अत गरीबी दी हालत विच होंदियां होयां भी अपना आपा वार के जो भी तिल मातर निष्काम सेवा की, वो दरगाह विच लेखे लग गई अते दरगाह विच उसदा आदर मान होया ते होर बख्शिशां दा पात्र बने। पावनी भगत पाए, कौडी अगर भाग राखे, ताहे गुर सरब निदान दान देत है। सो उपरलियां सारियां विचारां त्रै गुणी मायकी मंडल दे परम भुलावे विच प्रचलित सेवावां ताईं सीमित हन। ये तां ਉਹ सेवावां ਜਦੋਂ ਅਸੀਂ ਮਾਇਕੀ ਮੰਡਲ ਵਿੱਚ ਵਿਚਰ ਕੇ ਕਰਦੇ ਹਾਂ। ਕੱਲ ਇਸ ਤੋਂ ਅਗਾਂਹ ਫਿਰ ਪੜਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।